ਜਦੋਂ ਹੀ ਸਾਡੀਆਂ ਝੰਡੇ ਵਾਲੀਆਂ ਇੱਥੇ ਕਾਰਾਂ ਪਹੁੰਚੀਆਂ ਤੇ ਐਂਟੀ ਰॉयड ਜਿਹੜੇ ਕਾਊਂਟਰ ਹੈਗੇ ਆ ਤੇ ਹੋਰ ਵੀ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਆ ਜਿਹੜਾ ਮੇਨ ਹਾਈਵੇ ਵਾਲਾ ਰੂਟ ਹੈ ਇਹ ਤਾਂ ਸਾਰਾ ਹੀ ਬੰਦ ਕੀਤਾ ਹੋਇਆ। ਸਾਡਾ ਮਕਸਦ ਦਿੱਲੀ ਪਹੁੰਚਣਾ ਹੈ ਬਾਈ ਹੁੱਕ ਔਰ ਕਰੁਕ, ਸੋ ਜਿੰਨਾ ਵੀ ਹੋ ਸਕਦਾ ਅਸੀਂ ਦਿੱਲੀ ਪਹੁੰਚੀਏ। ਕਾਫੀ ਮੁਸ਼ਕਲਾਂ ਨਾਲ ਥਾਂ ਇਹਨਾਂ ਨੇ ਬੰਨ ਲਾਏ ਆ, ਲੋਕਾਂ ਲਾਈਆਂ ਉਹਨਾਂ ਨੂੰ ਹਟਾਉਂਦੇ ਹੋਏ ਇੱਥੇ ਪਹੁੰਚੇ ਆ। ਅਸੀਂ ਸਾਰੇ ਪੰਜਾਬੀਆਂ ਨੂੰ ਕਹਿੰਦੇ ਆ ਕਿ ਆਪਣੇ ਜਾਣਾ ਪੈਣਾ ਤੇ ਪੱਕੇ ਟੋਏ ਸਭ ਆਪਾਂ ਪੂਛ ਕੇ ਆਪਾਂ ਦਿੱਲੀ ਜ਼ਰੂਰ ਪੁੱਜਣਾ। ਅਸੀਂ ਦੱਸ ਸਕੀਏ ਕਿ ਸਾਨੂੰ ਕੋਈ ਵੀ ਚੀਜ਼ ਨਹੀਂ ਰੋਕ ਸਕਦੀ ਤੇ ਅਸੀਂ ਬਾਈ ਹੁੱਕ ਔਰ ਕਰੁਕ ਅਸੀਂ ਦਿੱਲੀ ਪਹੁੰਚਾਂਗੇ ਤੇ ਇਹ ਸਾਡਾ ਅਧਿਕਾਰ ਆ। ਮੈਂ ਹੋਰ ਵੀ ਦੱਸਾਂ ਵੀ 3 ਬਿੱਲ ਨਹੀਂ ਆ, 5 ਬਿੱਲ ਨੇ 3। ਹਾਂ, ਜੇ ਅਸਲ ਦੇ ਵਿੱਚ ਇਹ ਰੋਕ ਲਏ ਤਾਂ ਉਹ ਵੀ ਰੁਕ ਜਾਣਗੇ, ਜੇ ਇਹ ਨਾ ਰੁਕੇ ਤਾਂ ਉਹਦਾ ਤਿਆਰ ਪੂਰੇ ਸਾਰਾ ਕੁਝ ਉਹਨਾਂ ਦਾ ਹੋ ਗਿਆ ਤੇ ਉਹ ਵੀ ਆਪਣੇ ਤੇ ਲਾਗੂ ਹੋ ਜਾਣੇ। ਇਸ ਕਰਕੇ ਵੀਰ ਮੇਰੇ ਘਰਾਂ ਦੇ ਵਿੱਚੋਂ ਨਿਕਲਿਆ ਉਹ ਕਿੰਨਾ ਵੱਡਾ ਖਤਰਾ ਹੈਗਾ। ਨਾ ਕੋਈ ਆਪਾਂ ਅਣਸੁਖਾਵੀ ਘਟਨਾ ਉੱਥੇ ਵਾਪਰ ਜੇ ਆਪਾਂ ਨੂੰ ਫੋਰਸ ਦੀ ਲੋੜ ਪਵੇ ਤਾਂ ਸੜਕਾਂ ਪੱਟੀਆਂ ਪਈਆਂ ਨੇ, ਕਿਵੇਂ ਪਹੁੰਚੂ? ਬਿਲਕੁਲ। ਨਾਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਸਿਮਰਨਜੀਤ ਕੌਰ ਗਿੱਲ ਤੇ ਮੈਂ ਤੇ ਮੇਰੇ ਸਾਥੀ ਤੇ ਹੋਰ ਕੁਝ ਲੋਕ ਹੈਗੇ ਨੇ ਉਹ ਇੱਥੇ ਅਸੀਂ ਮੁਰਥਲ ਪਹੁੰਚ ਗਏ ਆ ਤੇ ਜਦੋਂ ਹੀ ਸਾਡੀਆਂ ਝੰਡੇ ਵਾਲੀਆਂ ਇੱਥੇ ਕਾਰਾਂ ਪਹੁੰਚੀਆਂ ਤੇ ਐਂਟੀ ਰॉयड ਜਿਹੜੇ ਕਾਊਂਟਰ ਹੈਗੇ ਆ ਤੇ ਹੋਰ ਵੀ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਆ। ਮੈਂ ਤੁਹਾਡੀ ਇੱਥੇ ਜਿਹੜੇ ਬਜ਼ੁਰਗ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਉਣੀ ਆ, ਹੋਰ ਲੋਕਾਂ ਨਾਲ ਵੀ ਗੱਲ ਕਰਾਉਣੀ ਆ। ਮੈਂ ਇਹ ਦੱਸਣਾ ਚਾਹੁੰਦੀ ਆ ਕਿ ਆ ਜਿਹੜਾ ਮੇਨ ਹਾਈਵੇ ਵਾਲਾ ਰੂਟ ਹੈ ਇਹ ਤਾਂ ਸਾਰਾ ਹੀ ਬੰਦ ਕੀਤਾ ਹੋਇਆ, ਸੋ ਟਰਾਈ ਕਰੋ ਵੀ ਜਿੱਧਰੋਂ ਵੀ ਕਿਤੋਂ ਵੀ ਤੁਹਾਨੂੰ ਲੋਕੇਸ਼ਨ ਮਿਲਦੀ ਹੈ ਪਿੰਡਾਂ ਵਿੱਚ ਦੀ ਪਹੁੰਚਣ ਦੀ ਕੋਸ਼ਿਸ਼ ਕਰੋ। ਪਰ ਆਪਣੇ ਜਿਹੜੀ ਵੀ ਲੋਕੇਸ਼ਨ ਹੈਗੀ ਆਪਣੇ ਸਾਥੀਆਂ ਨਾਲ ਸੀਕ੍ਰੇਟਲੀ ਸ਼ੇਅਰ ਕਰਦੇ ਰਹੋ, ਓਪਨਲੀ ਸ਼ੇਅਰ ਕਰਨ ਦੀ ਲੋੜ ਨਹੀਂ ਕਿਉਂਕਿ ਹਰ ਜਗ੍ਹਾ ਦੇ ਉੱਤੇ ਨਾਲ ਦੀ ਨਾਲ ਹੀ ਪਹੁੰਚ ਰਹੇ ਨੇ ਤੇ ਬਾਲੀਆਂ ਗੱਲਾਂ ਨਾ ਕਰਦੇ ਹੋਏ ਮੇਰੀ ਸਿਰਫ ਇੰਨੀ ਕੁ ਗੱਲ ਆ ਕਿ ਸਾਡਾ ਮਕਸਦ ਦਿੱਲੀ ਪਹੁੰਚਣਾ ਆ ਬਾਈ ਹੁੱਕ ਔਰ ਕਰੁਕ, ਸੋ ਜਿੰਨਾ ਵੀ ਹੋ ਸਕਦਾ ਅਸੀਂ ਦਿੱਲੀ ਪਹੁੰਚੀਏ ਤੇ ਬਾਕੀ ਇੱਥੇ ਜਿਹੜੇ ਸਾਥੀ ਹੈਗੇ ਆ ਮੈਂ ਗੱਲ ਕਰਵਾਉਣੀ ਆ। ਪਹਿਲਾਂ ਮੈਂ ਸਭ ਤੋਂ ਪਹਿਲਾਂ ਬਜ਼ੁਰਗਾਂ ਕੋਲ ਲੈ ਕੇ ਜਾਣਾ ਚਾਹੁੰਦੀ ਆ ਜਿਹੜੇ ਜਲੰਧਰ ਤੋਂ ਤੁਰੇ ਹੋਏ ਨੇ, ਫਲੋਰ ਤੋਂ ਆਏ ਆ ਨਾ ਬਜ਼ੁਰਗ। ਹਾਂਜੀ, ਤੇ ਦੱਸੋ ਜੀ ਸਾਰੀ ਗੱਲ। ਅਸੀਂ ਫਲੋਰ ਤੋਂ ਤੁਰੇ ਜੀ ਸ਼ੰਭੂ ਬਾਰਡਰ ਤੋਂ ਪਾਰ ਹੋ ਕੇ ਤੇ ਅਸੀਂ ਕਾਫੀ ਮੁਸ਼ਕਲਾਂ ਨਾਲ ਥਾਂ ਇਹਨਾਂ ਨੇ ਬੰਨ ਲਾਏ ਆ, ਲੋਕਾਂ ਲਾਈਆਂ ਉਹਨਾਂ ਨੂੰ ਹਟਾਉਂਦੇ ਹੋਏ ਇੱਥੇ ਪਹੁੰਚੇ ਆ। ਹਜ਼ਾਰਾਂ ਹੀ ਟਰਾਲੀਆਂ ਸਾਡੀਆਂ ਇੱਥੇ ਆਈਆਂ ਜੋ ਅਸੀਂ ਪਾਣੀਪਤ ਆ ਕੇ ਮੋਰੇ ਖੱਡੇ ਪੱਟੇ ਸੀ ਉਹਨਾਂ ਨੂੰ ਅਸੀਂ ਕ੍ਰੋਸ ਕਰ ਨਾ ਸਕੇ ਤੇ ਅਸੀਂ ਪਿੰਡਾਂ ਦੇ ਵਿੱਚ ਹੀ ਹੁੰਦੇ ਹੋਏ ਇਸ ਵੇਲੇ ਇਸ ਢਾਬੇ ਤੇ ਖੜੇ ਆ। ਅਸੀਂ ਸਾਰੇ ਪੰਜਾਬੀਆਂ ਨੂੰ ਕਹਿੰਦੇ ਆ ਕਿ ਆਪਣੇ ਜਾਣਾ ਪੈਣਾ ਤੇ ਪੱਕੇ ਟੋਏ ਸਭ ਆਪਾਂ ਪੂਛ ਕੇ ਆਪਾਂ ਦਿੱਲੀ ਜ਼ਰੂਰ ਪੁੱਜਣਾ ਤਾਂ ਕਿ ਅਸੀਂ ਇਸ ਸਰਕਾਰ ਨੂੰ ਦੱਸ ਸਕੀਏ ਕਿ ਪੰਜਾਬੀ ਲੋਕਾਂ ਦੇ ਹੌਸਲੇ ਬੁਲੰਦ ਆ। ਇਹ ਮੋਦੀ ਨੂੰ ਦੱਸ ਦਿਆਂਗੇ ਤੂੰ ਜਿਹੜੀ ਮਰਜ਼ੀ ਝੂੜੀ 'ਚ ਬਹਿ ਚਾਹੇ ਮਹਿਲ 'ਚ ਬਹਿ, ਇਹ ਅਸੀਂ ਤੈਨੂੰ ਆ ਕੇ ਜਗਾ ਦਿਆਂਗੇ, ਤੈਨੂੰ ਆਰਾਮ ਨਾਲ ਬਹਿਣ ਨਹੀਂ ਦਿੰਦੇ। ਇਹ ਸਾਡਾ ਪੰਜਾਬੀਆਂ ਦਾ ਅਹਿਦ ਹੈ। ਮੇਰੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ, ਦੇਖੋ ਸਾਡੇ ਬਜ਼ੁਰਗ ਨੇ ਉਹ ਇੰਨੀ ਠੰਡ ਦੇ ਵਿੱਚ ਇੱਥੇ ਆਏ। ਇੱਥੇ ਇੱਕ ਬੱਚਾ ਵੀ ਆਇਆ ਹੋਇਆ ਸੀਗਾ, ਤੁਹਾਡੇ ਨਾਲ ਇੱਕ ਬੱਚਾ ਵੀ ਆਇਆ ਨਾ? ਹਾਂਜੀ ਹਾਂ। ਤੇ ਇਹਨਾਂ ਦੇ ਨਾਲ ਉਹ ਖੜਾ ਇੱਥੇ, ਆ ਜਾ ਪੁੱਤਰ, ਉਹ ਦੇਖੋ ਆ ਜਾ, ਤੇਰਾ ਬੁਲਾਉਣਾ ਓਏ ਪੁੱਤਰ, ਭੱਜ ਕੇ। ਇੱਕ ਉਹ ਛੋਟਾ ਬੱਚਾ ਵੀ ਆਇਆ ਹੋਇਆ, ਮਤਲਬ ਸਾਡੇ ਸਾਰਿਆਂ ਦੇ ਵਿੱਚ ਸਭ ਤੋਂ ਛੋਟੀ ਏਜ ਦਾ ਇਹ ਆ। ਤੇ 4 ਮੇਰੇ ਨਾਲ ਸਾਡੀਆਂ ਕਹਿ ਦਿੰਦੇ ਆ ਕਿ ਮਾਂ ਭੈਣਾਂ ਨਹੀਂ ਸਾਡੀਆਂ, ਬਾਕੀ ਬੀਬੀਆਂ ਦਾ ਪਿੱਛੇ ਰਹਿ ਗਈਆਂ ਨੇ। ਚਲੋ ਆ ਰਹੇ ਆ, ਕੁਛ ਅੱਗੇ ਵੀ ਨਿਕਲ ਗਏ ਹੋਣਗੇ। ਸੋ ਮੇਰੀਆਂ ਇਹ ਭੈਣਾਂ ਵੀ ਆਈਆਂ ਨੇ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਇਹ ਕੁੜੀਆਂ ਨੂੰ ਫੈਸ਼ਨ ਤੋਂ ਬਿਨਾਂ ਕੋਈ ਕੰਮ ਨਹੀਂ, ਪਰ ਓਬਵੀਅਸ ਜੀ ਗੱਲ ਹੈ ਕਿਸਾਨ ਦੀਆਂ ਧੀਆਂ ਨੇ ਤੇ ਇਸ ਲਈ ਵੀ ਆਪਦਾ ਫਰਜ਼ ਨਿਭਾਉਣ ਆਈਆਂ ਨੇ ਸਾਰੇ ਜਾਣੇ। ਸਾਡਾ ਬੇਸਿਕਲੀ ਲਾਈਵ ਹੋ ਕੇ ਗੱਲ ਕਰਨ ਦਾ ਮਕਸਦ ਵੀ ਇਹੀ ਆ ਕਿ ਅਸੀਂ ਦੱਸ ਸਕੀਏ ਕਿ ਸਾਨੂੰ ਕੋਈ ਵੀ ਚੀਜ਼ ਨਹੀਂ ਰੋਕ ਸਕਦੀ ਤੇ ਅਸੀਂ ਬਾਈ ਹੁੱਕ ਔਰ ਕਰੁਕ ਅਸੀਂ ਦਿੱਲੀ ਪਹੁੰਚਾਂਗੇ ਤੇ ਇਹ ਸਾਡਾ ਅਧਿਕਾਰ ਆ। ਤੇ ਬਾਕੀ ਗੱਲਾਂ ਹੋਰ ਕੋਈ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਸੁਖਦੀਪ ਵੀਰੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭੈਣ ਉਹਨਾਂ ਨੇ ਦੱਸਿਆ ਵੀ ਦਿੱਲੀ ਨੂੰ ਕੋਈ ਐਡੀ ਤਾਕਤ ਨਹੀਂ ਹੈ ਜੋ ਸਾਨੂੰ ਰੋਕ ਸਕੇ, ਕਿਉਂਕਿ ਸਾਡੇ ਬਜ਼ੁਰਗ ਖੜਦੇ, ਇਹਨਾਂ ਦਾ ਜਿਹੜਾ ਮਤਲਬ ਜਿਵੇਂ ਕਹਿੰਦੀ ਹੋਸ਼ ਆ ਤੇ ਸਾਡਾ ਜੋਸ਼ ਆ। ਬਿਲਕੁਲ ਪਿੱਛੇ ਸਾਰਿਆਂ ਨੇ ਆਪਾਂ ਦੇਖਿਆ ਵੀ 3 ਜਿਹੜੇ ਬੈਰੀਅਰ ਸੀ ਉਹਨਾਂ ਨੂੰ ਤੋੜ ਕੇ ਆਪਾਂ ਆ ਗਏ। ਚੌਥਾ ਥੋੜਾ ਜਿਹਾ ਉਹਨਾਂ ਨੇ ਜ਼ਿਆਦਾ ਖਰਾਬ ਕੀਤਾ ਹੋਇਆ ਕੰਮ, ਕਿਉਂਕਿ ਉੱਥੇ ਰੁਕਣ ਦਾ ਵੀ ਕਾਰਨ ਹੈ ਨਹੀਂ ਸੀ ਕੋਈ ਬਾਹਲਾ ਵੀ, ਕਿਉਂਕਿ ਆਪਣੇ ਕੋਲ ਅਲਟਰਨੇਟਿਵ ਸੀਗਾ। ਮੇਨ ਹੈਗਾ ਆਪਣਾ ਦਿੱਲੀ ਜਾਣ ਦਾ, ਵੀ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਦਿੱਲੀ ਚੱਲੋ ਦਾ ਨਾਰਾ ਹੈ ਵੀ ਉਹ ਦਿੱਲੀ ਆਪਾਂ ਤਾਂ ਹੀ ਫੜ ਸਕਾਂਗੇ ਜੇ ਸਾਰੇ ਵੀਰ ਆਪਾਂ ਘਰਾਂ ਚੋਂ ਨਿਕਲਾਂਗੇ। ਹਲੇ ਵੀ ਕਿਉਂਕਿ ਭੈਣ ਉਹਨਾਂ ਨੂੰ ਅਸੀਂ ਪਹਿਲੇ ਦਿਨ ਤੋਂ ਹੀ, ਮੈਂ ਹੁਣ ਵੀ ਅਸੀਂ ਗੱਲਾਂ ਕਰਦੇ ਸੀ, ਇਹਨਾਂ ਨੂੰ ਇੱਕ ਮਤਲਬ ਦਿਲੋਂ ਰਿਸਪੈਕਟ ਜਿਵੇਂ ਕਹਿੰਦੀ ਹੈ ਵੀ ਦਿਨੋਂ ਦਿਨ ਵੱਧਦੀ ਜਾਂਦੀ ਹੈ, ਕਿਉਂਕਿ ਸਾਡੀਆਂ ਹੋਰ ਵੀ ਭੈਣਾਂ ਨੇ, ਮੇਰੀ ਆਪਣੀ ਭੈਣ ਉਹ ਘਰੇ ਬੈਠੇ ਨੇ, ਕਿਉਂਕਿ ਇਹਨਾਂ ਨੂੰ ਕੀ ਲੋੜ ਪੈ ਗਈ ਵੀ ਇਹਨਾਂ ਨੂੰ ਸੜਕਾਂ ਦੇ ਉੱਤੇ ਰਾਤ ਨੂੰ ਮੈਂ ਕਹਿੰਦਾ 12-1 ਵੱਜ ਗਏ ਨੇ, ਸਾਨੂੰ ਦਿੱਲੀ ਦੀਆਂ ਸੜਕਾਂ ਤੇ ਆਉਣ ਦੀ ਕੀ ਲੋੜ ਪੈ ਗਈ। ਮੈਂ ਹੋਰ ਵੀ ਦੱਸਾਂ ਵੀ 3 ਬੈਲੀਆਂ ਇਹ 5 ਬਿੱਲ ਨੇ, 3 ਹਾਂ ਜੇ ਅਸਲ ਦੇ ਵਿੱਚ ਇਹ ਰੋਕ ਲਏ ਤਾਂ ਉਹ ਵੀ ਰੁਕ ਜਾਣਗੇ, ਜੇ ਇਹ ਨਾ ਰੁਕੇ ਤਾਂ ਉਹਦਾ ਤਿਆਰ ਪੂਰੇ ਸਾਰਾ ਕੁਝ ਉਹਨਾਂ ਦਾ ਹੋ ਗਿਆ ਤੇ ਉਹ ਵੀ ਆਪਣੇ ਤੇ ਲਾਗੂ ਹੋ ਜਾਣੇ। ਇਸ ਕਰਕੇ ਵੀਰ ਮੇਰੇ ਘਰਾਂ ਦੇ ਵਿੱਚੋਂ ਨਿਕਲਿਆ ਕੋਈ ਦਿੱਲੀ ਕੁਝ ਨਹੀਂ ਹੈ, ਬਿਲਕੁਲ ਸ਼ਾਂਤੀ ਹੈ। ਅਸੀਂ ਵੀ ਪਹੁੰਚੇ ਹਾਂ, ਕੋਈ ਘਬਰਾਉਣ ਦੀ ਜਾਂ ਕੋਈ ਡਰਨ ਦੀ ਕੋਈ ਲੋੜ ਨਹੀਂ ਹੈ, ਸਿਰਫ ਥੋੜੀ ਜਿਹੀ ਸੰਜਮ ਦੀ ਤੇ ਹੁੱਲੜਬਾਜੀ ਤੋਂ ਥੋੜਾ ਜਿਹਾ ਬਚ ਕੇ ਤੇ ਤਰੀਕੇ ਦੇ ਨਾਲ ਤੁਸੀਂ ਆ ਸਕਦੇ ਹੋ ਤੇ ਆਪਣਾ ਪ੍ਰੋਟੈਸਟ ਦੇ ਵਿੱਚ। ਦੂਜੀ ਗੱਲ ਇਤਿਹਾਸ ਲਿਖਿਆ ਜਾਣਾ, ਜਿਹੜਾ ਆਉਂਦੇ ਵੀ ਅਸੀਂ ਗੱਲਾਂ ਵੀ ਇਤਿਹਾਸ ਵਜੋਂ ਅੱਜ 26 ਜਿਹੜਾ ਦਿਨ ਹੈ 26/11 ਇਹ ਇਤਿਹਾਸ ਵਜੋਂ ਲਿਖੀ ਜਾਣੀ ਹੈ। ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਜੇ ਆਪਾਂ ਪਾਸ ਕਰਾ ਲਿਆ ਫਿਰ ਤਾਂ ਗੋਲਡਨ ਅੱਖਰਾਂ 'ਚ ਨਹੀਂ, ਇਹ ਕਾਲੇ ਅੱਖਰਾਂ ਦੇ ਵਿੱਚ ਆਹ ਦਿਨ ਨੂੰ ਗਿਣਿਆ ਜਾਊਗਾ। ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਦਿੱਲੀ ਦੂਰ ਨਹੀਂ, ਅਸੀਂ ਵੀ ਸਾਰਿਆਂ ਨੇ ਹੁਣ ਇਹੀ ਇੱਕ ਪਲਾਨ ਵੀ ਕਰਾਂਗੇ, ਦਿੱਲੀ ਤਾਂ ਜ਼ਰੂਰ ਜਾਣਾ ਹੀ ਜਾਣਾ। ਅਸੀਂ ਤਾਂ ਪਹਿਲੇ ਵੀ ਜਿਹੜੀ ਚਾਹ ਵਾ ਉੱਥੇ ਸਿਲੰਡਰ ਧਰ ਕੇ ਉੱਥੇ ਜਗ੍ਹਾ ਵਿਚਾਲੇ ਉੱਥੇ ਦਿੱਲੀ ਵਾਲੀ ਚਾਹ ਬਣਾਉਣੀ ਹੈ। ਬਿਲਕੁਲ ਬਿਲਕੁਲ ਮੋਦੀ ਦੇ ਉੱਥੇ ਚਾਹ ਪੀਣੀਆਂ ਜੋ ਚਾਹ ਲੈ ਕੇ ਆਊਗਾ ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਕੋਈ ਘਬਰਾਉਣ ਦੀ ਲੋੜ ਨਹੀਂ। ਮੈਂ ਕਹਿੰਦਾ ਬਿਲਕੁਲ ਜੱਫਿਆਂ ਦੇ ਨਾਲ ਆਓ ਤੇ ਬਾਕੀ ਗੁੰਜਾ ਪਵਾ ਕੇ ਰੱਖ ਦਿਆ, ਕੋਈ ਘਬਰਾਉਣ ਦੀ ਲੋੜ ਨਹੀਂ। ਵੀਰੇ ਤੁਸੀਂ ਕੋਈ ਗੱਲ ਦੱਸ ਰਹੇ ਸੀਗੇ ਤੇ ਆਈ ਵਾਂਟ ਕਿ ਤੁਸੀਂ ਇੱਥੇ ਵੀ ਗੱਲ ਕਰੋ। ਹਾਂਜੀ ਆਪਾਂ ਨੂੰ ਪਤਾ ਲੱਗੇ ਇੱਥੇ ਨਾ ਫੋਰਸ ਦੀਆਂ ਗੱਡੀਆਂ ਆ ਰਹੀਆਂ ਨੇ, ਤਾਂ ਕੀ ਕਹਿੰਦੇ ਆਪਾਂ ਨੂੰ ਉਹ ਰੋਕਣ ਲਈ ਕਾਫੀ ਗੱਡੀਆਂ ਆ ਚੁੱਕੀਆਂ ਨੇ, 10-12 ਗੱਡੀਆਂ ਨੇ ਫੋਰਸ ਦੀਆਂ, ਉਹ ਆਪਾਂ ਨੂੰ ਰੋਕਣ ਲਈ। ਤੁਸੀਂ ਜਿਹੜੀ ਰੋਡ ਵਾਲੀ ਗੱਲ ਆ ਪਹਿਲਾਂ ਉਹ ਦੱਸੋ। ਨੈਸ਼ਨਲ ਹਾਈਵੇ that is more important। ਨੈਸ਼ਨਲ ਹਾਈਵੇ ਇਹਨਾਂ ਨੇ ਇੱਥੋਂ ਆਪਣੇ ਸੋਨੀਪਤ ਤੋਂ ਅੱਗੇ ਪੱਟਤਾ, ਜਿਹੜਾ ਕੀ ਕਹਿੰਦੇ ਆਪਣੇ ਟੈਕਸ ਦੇ ਪੈਸੇ ਨਾਲ ਅਸੀਂ ਕਹਿੰਦੇ ਗਵਰਨਮੈਂਟ ਨੂੰ ਪੈਸਾ ਦਿੰਦੇ ਆ ਤੇ ਸਾਡੇ ਪੈਸੇ ਦੇ ਨਾਲ ਬਣਾਈ ਹੋਈ ਚੀਜ਼ ਨੂੰ ਇਹ ਖਰਾਬ ਕਰ ਰਹੇ, ਬਰਬਾਦ ਕਰ ਰਹੇ। ਅਸੀਂ ਸ਼ਾਂਤਮਈ ਢੰਗ ਨਾਲ ਸਾਰਾ ਕੁਝ ਕਰ ਰਹੇ ਆ। ਅਸੀਂ ਇਹਨਾਂ ਨੂੰ ਕਿਹਾ ਦਿੱਲੀ ਆ ਕੇ ਸਾਡੀ ਗੱਲ ਨਹੀਂ ਸੁਣਦੇ, ਪਹਿਲਾਂ ਸਾਡੇ ਕਿਸਾਨ ਜਥੇਬੰਦੀਆਂ ਗਈਆਂ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ, ਫਿਰ ਸਾਨੂੰ ਖੁਦ ਘਰੋਂ ਆਉਣਾ ਪਿਆ। ਜੇ ਸਾਡੀ ਗੱਲ ਸੁਣਦੇ ਸਾਨੂੰ ਆਉਣ ਦੀ ਕੀ ਲੋੜ ਸੀ? ਇਹ ਇਹਨਾਂ ਦਾ, ਇਹ ਗਵਰਨਮੈਂਟ ਦਾ ਕਸੂਰ ਆ, ਸਾਡਾ ਕੋਈ ਕਸੂਰ ਨਹੀਂ ਹੈਗਾ। ਸਾਡੇ ਪੈਸੇ ਨੂੰ ਬਰਬਾਦ ਕਰ ਰਹੇ ਨੇ, ਅੱਜ ਫੋਰਸ ਲਾਈ ਜਾ ਰਹੀ ਹੈ, ਸਾਰਾ ਕੁਝ ਲਾਈ ਯਾਰ ਸਾਨੂੰ ਰੋਕਣ ਲਈ। ਕਿਸ ਗੱਲ ਪਿੱਛੇ ਯਾਰ? ਅਸੀਂ ਆਪਣੀ ਗੱਲ ਵੀ ਨਹੀਂ ਦੱਸ ਸਕਦੇ, ਸਾਨੂੰ ਗੱਲ ਦੱਸਣੀ, ਸਾਡੀ ਗੱਲ ਸੁਣ ਲੈਂਦੇ, ਸਾਨੂੰ ਆਉਣ ਦੀ ਲੋੜ ਹੀ ਨਾ ਪੈਂਦੀ। ਉਹ ਇਹ ਸਾਡੇ ਖਿਲਾਫ ਹੋ ਰਿਹਾ ਸਾਰਾ ਕੁਝ, ਤੇ ਇਸ ਪੰਜਾਬ ਦਾ ਕਿਸਾਨ ਇਸ ਗੱਲ ਦੇ 101% ਖਿਲਾਫ ਆ ਵੀ ਇਹ ਸਾਨੂੰ ਕੋਈ ਕਾਨੂੰਨ ਨਹੀਂ ਚਾਹੀਦੇ, ਕੋਈ ਕੁਝ ਨਹੀਂ ਚਾਹੀਦੇ। ਘੱਟੋ ਘੱਟ ਸਾਡੀ ਗੱਲ ਤਾਂ ਸੁਣ ਹੁਣ। ਚਲੋ ਰੋਡ ਬਾਰੇ ਜਿਹੜੀਆਂ ਗੱਲਾਂ ਨੇ ਅਸੀਂ ਸ਼ਾਇਦ ਮੇ ਵੀ ਸਾਡੇ ਵਿੱਚੋਂ ਕੋਈ ਗਲਤ ਬੋਲ ਸਕਦਾ, ਮੈਂ ਤਾਂ ਲਾਅ ਦੀ ਗੱਲ ਦੱਸ ਸਕਦੀ ਹਾਂ ਕਿ ਇਹ ਕੋਈ ਲਾਅ ਨਹੀਂ ਬਣਦਾ, ਕਿਉਂਕਿ ਸਾਡਾ ਘੁੰਮਣ ਫਿਰਨ ਦਾ ਵੀ ਫੰਡਾਮੈਂਟਲ ਰਾਈਟ ਆ ਕਿ ਅਸੀਂ ਦੇਸ਼ ਦੇ ਕਿਸੇ ਵੀ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾ ਸਕਦੇ ਹਾਂ। ਇਹ ਸਾਡਾ ਫੰਡਾਮੈਂਟਲ ਰਾਈਟ ਆ, ਮੌਲਿਕ ਅਧਿਕਾਰ ਆ ਜਿਹੜਾ ਸਾਡਾ ਕਨਸਟੀਟਿਊਸ਼ਨ ਦਿੰਦਾ। ਦੂਜਾ ਸਾਨੂੰ ਬੋਲਣ ਦਾ ਵੀ ਅਧਿਕਾਰ ਆ, ਪ੍ਰੋਟੈਸਟ ਕਰਨ ਦਾ ਵੀ ਹੱਕ ਆ। ਸੋ ਸਿੱਧਾ ਅਟੈਕ ਸਾਡੇ ਅਧਿਕਾਰ ਤੇ। ਦੂਜਾ ਸਾਡੀ, ਕਿਉਂਕਿ ਸੜਕ ਦੀ ਗੱਲ ਹੋ ਰਹੀ ਸੀਗੀ, ਸਾਡੇ ਸਾਥੀ ਹੈਗੇ ਨੇ, ਸਾਡੀ ਫਾਈਟ ਫॉर ਰਾਈਟ ਦੇ ਨੇ, PWD ਦੇ ਵਿੱਚ ਕੰਮ ਕਰਦੇ ਨੇ, ਸਰਕਾਰੀ ਮੁਲਾਜ਼ਮ ਆ। ਸੋ ਹਰਮਲਾ ਮੈਂ ਚਾਹੁੰਦੀ ਹਾਂ ਕਿ ਕਿਉਂਕਿ ਲੋਕਾਂ ਨੂੰ ਆਪਣਾ ਜਾਗਰੂਕ ਕਰਨਾ ਪਹਿਲਾ ਮਕਸਦ ਆ, ਸੋ ਤੁਸੀਂ ਇਹ ਰੋਡ ਵਾਲੀ ਗੱਲ ਜ਼ਰੂਰ ਕਲੀਅਰ ਕਰੋ। ਇਹ ਰੋਡ ਤੇ ਜਿਹੜੇ ਸਰਕਾਰ ਕੱਟ ਲਾ ਰਹੀ ਹੈ ਨਾ, ਜਿਹੜੀ ਪੱਟ ਰਹੀ ਹੈ, ਕਰੋੜਾਂ ਰੁਪਏ ਖਰਚ ਕਰਕੇ ਇਹ ਨੈਸ਼ਨਲ ਹਾਈਵੇ ਬਣਾਏ ਜਾਂਦੇ ਨੇ, ਜਿਹੜੇ ਟੈਕਸ ਪੇਅਰ ਮਨੀ ਹੈ ਨਾ। ਚਾਹੇ ਆਪਾਂ ਕਹਿ ਦਿੰਦੇ ਹਾਂ, ਬਾਈ ਨੇ ਵੀ ਦੱਸਿਆ ਹੋਊਗਾ ਕਿ ਕਹਿ ਦਿੰਦੇ ਕਿਸਾਨ ਟੈਕਸ ਨਹੀਂ ਭਰਦੇ, ਪਰ ਉਹ ਕਿੰਨੀਆਂ ਚੀਜ਼ਾਂ ਖਰੀਦਦੇ ਨੇ, ਤੇਲ, ਡੀਜ਼ਲ, ਹੋਰ ਸਾਰਾ ਸਮਾਨ ਕੱਲੀ ਟੈਕਸ ਦਿੰਦੇ ਨੇ। ਇਹ ਟੈਕਸ ਪੇ ਹੀ ਮਨੀ ਹੈ। ਸਰਕਾਰ ਮਤਲਬ ਸੜਕਾਂ ਪੱਟੀ ਜਾ ਰਹੀ ਹੈ ਜਿਨ੍ਹਾਂ ਤੇ ਕਰੋੜਾਂ ਰੁਪਏ ਲੱਗੇ ਨੇ, ਤੇ ਇਹ ਬਿਲਕੁਲ ਗਲਤ ਹੈ। ਚਾਹੇ ਆਪਾਂ ਪਿੰਡ ਦੀ ਇੱਕ ਲਿੰਕ ਸੜਕ ਪੱਟ ਦਈਏ ਨਾ, ਤਾਂ ਉਸ ਤੇ ਵੀ ਬੰਦੇ ਤੇ ਪਰਚਾ ਹੁੰਦਾ, ਤਾਂ ਹੁਣ ਸਰਕਾਰਾਂ ਤੇ ਕਿਉਂ ਨਹੀਂ ਪਰਚੇ ਹੁੰਦੇ? ਬਿਲਕੁਲ ਇਹ ਪੁਆਇੰਟ ਹੈ ਜਿਹੜਾ ਨੋਟ ਕਰਨ ਵਾਲਾ। ਬਿਲਕੁਲ ਬਿਲਕੁਲ ਹਰਜੋਤ ਕਿੰਨਾ ਵੱਡਾ ਖਤਰਾ ਹੈਗਾ। ਨਾ ਕੋਈ ਆਪਾਂ ਅਣਸੁਖਾਵੀ ਘਟਨਾ ਉੱਥੇ ਵਾਪਰ ਜੇ, ਆਪਾਂ ਨੂੰ ਫੋਰਸ ਦੀ ਲੋੜ ਪਵੇ, ਤਾਂ ਸੜਕਾਂ ਪੱਟੀਆਂ ਪਈਆਂ ਨੇ, ਕਿਵੇਂ ਪਹੁੰਚੂ? ਬਿਲਕੁਲ। ਨਾਲੇ NH 44 ਆ ਜਿਹੜਾ ਮੇਨ ਹਾਈਵੇ ਆ, ਜਿਹੜਾ ਸਾਊਥ ਨੂੰ ਨਾਰਥ ਨਾਲ ਜੋੜਦਾ ਆ,
ਤੇ ਇਹਨੂੰ ਪੱਟਿਆ ਪਿਆ, ਪਹਿਲੀ ਵਾਰੇ ਪੱਟਿਆ। ਤੇ ਹਰਜੋਤ ਵੀਰੇ ਤੂੰ ਵੀ ਵਿਚਾਰ ਕਰਨੇ ਸੀਗੇ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਵੀ ਸਾਡੇ ਨਾਲ ਬਜ਼ੁਰਗਾਂ ਦਾ ਹੋਸ਼ ਆ ਤੇ ਯੂਥ ਦਾ ਜੋਸ਼ ਆ, ਬਸ ਇਹਨਾਂ ਦੋਨਾਂ ਨੂੰ ਆਪਾਂ ਬੈਲੈਂਸ ਬਣਾ ਕੇ ਚੱਲੀਏ ਤੇ ਦਿੱਲੀ ਆਪਣੇ ਤੋਂ ਦੂਰ ਨਹੀਂ ਹੈਗੀ, ਠੀਕ ਆ। ਤੇ ਆਪਣੀ ਹਿੰਮਤ ਤੋਂ ਤਾਂ ਪਹਿਲਾਂ ਹੀ ਉਹ ਦੇਖ ਕੇ ਉਹ ਡਰ ਚੁੱਕੇ ਨੇ ਹਨਾ, ਜਿਹੜੇ ਇੰਨੇ ਪੈਂਤਰੇ ਅਪਣਾ ਰਹੇ ਨੇ ਉਹ ਵੀ ਅਲੱਗ-ਅਲੱਗ ਹਨਾ, ਕਦੇ ਕਿਤੇ ਕੁਝ ਕਰਤਾ, ਰੋਡ ਪੱਟਤਾ। ਸਭ ਤੋਂ ਮੇਨ ਚੀਜ਼ ਤਾਂ ਰੋਡ ਪੱਟਣ ਦੀ ਹਨਾ। ਇਹ ਲਿੰਕ ਰੋਡ ਆ, ਇਹ ਨਾਰਥ ਤੇ ਸਾਊਥ ਨੂੰ ਇੱਕ ਤਰੀਕੇ ਨਾਲ ਜੋੜਦਾ ਜੀ ਇਹ ਰੋਡ ਹਨਾ, ਵੀ ਉਹਨੂੰ ਇਹਨਾਂ ਨੇ ਪੱਟ ਕੇ ਆਵਾਜਾਈ ਰੋਕ ਦਿੱਤੀ ਆ। ਕੋਈ ਮਿਸ ਹੈਪਨਿੰਗ ਹੁੰਦੀ ਆ ਫਿਰ ਇਹ ਰੋਡ ਦੀ ਆਪਾਂ ਨੂੰ ਸਭ ਤੋਂ ਵੱਧ ਲੋੜ ਆ ਹਨਾ। ਇੱਥੋਂ ਹੀ ਆਪਾਂ ਨੂੰ ਡਰ ਗਵਰਨਮੈਂਟ ਦਾ ਦਿਖ ਰਿਹਾ ਜੀ ਵੀ ਕਿੰਨਾ ਗਵਰਨਮੈਂਟ ਡਰ ਚੁੱਕੀ ਆ। ਬਸ ਤੁਸੀਂ ਆਪਣੀ ਹਿੰਮਤ ਰੱਖਣੀ ਆ, ਹੌਸਲਾ ਬੁਲੰਦ ਰੱਖਣਾ ਜੀ, ਆਪਾਂ ਜ਼ਰੂਰ ਦਿੱਲੀ ਕੁਝ ਕਰਾਂਗੇ। ਜਿਹੜੇ ਲੋਕ ਘਰਾਂ ਦੇ ਵਿੱਚ ਹਲੇ ਵੀ ਬੈਠੇ ਆ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਆ। ਵੈਸੇ ਹੀ ਕਹਿੰਦੇ ਹੁੰਦੇ ਆ ਕਿ ਕੁੜੀਆਂ ਰਾਤ ਨੂੰ ਘਰਾਂ ਨੂੰ ਨਿਕਲਦੀਆਂ ਨਹੀਂ। ਆਹ ਕੁੜੀ ਵੀ ਸਾਡੀ ਪਿੰਡ ਦੀ ਕੁੜੀ ਆ, ਠੀਕ ਆ। ਆਹ ਕੁੜੀਆਂ ਵੀ ਸਾਡੀਆਂ ਆਮ ਘਰਾਂ ਦੀਆਂ ਕੁੜੀਆਂ ਨੇ ਜਿਹੜੀਆਂ ਮਤਲਬ ਰਾਤ ਨੂੰ ਘਰਾਂ ਚੋਂ ਨਹੀਂ ਨਿਕਲਦੀਆਂ, ਪਰ ਜੇ ਇਹ ਨਿਕਲ ਸਕਦੀਆਂ ਨੇ, ਜਿਹੜੇ ਮੇਰੇ ਵੀਰ ਖਾਸ ਕਰਕੇ ਅੱਜ ਵੀ ਨੌਜਵਾਨ ਘਰਾਂ ਦੇ ਵਿੱਚ ਬੈਠੇ ਆ ਜਾਂ ਜਿਹੜੇ ਸੋਚਦੇ ਆ ਕਿ ਕੀ ਹੋ ਜਾਊਗਾ, ਇਹ ਉਹਨਾਂ ਦੀ ਜਿਹੜੀ ਗੈਰਤ ਆ ਉਹਨੂੰ ਵੰਗਾਰ ਆ ਕਿ ਤੁਹਾਡੀ ਲੋੜ ਆ। ਜੇ ਅੱਜ ਨਾ ਤੁਸੀਂ ਉੱਠੇ ਤਾਂ ਤੁਹਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੇ ਤੁਹਾਨੂੰ ਗਾਲਾਂ ਕੱਢਣੀਆਂ ਵੀ ਤੁਹਾਡਾ ਯੋਗਦਾਨ ਕੀ ਸੀ। ਰਮਨ ਕੁਛ ਕਹਿਣਾ, ਫਿਰ ਜਲਦੀ ਆਪਾਂ ਬਾਈਂਡ ਅਪ ਕਰੀਏ ਆਪਾਂ ਅੱਗੇ ਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਸਾਰੇ ਹੀ ਬੀਬੀਆਂ ਨੂੰ ਤੇ ਵੀਰਾਂ ਨੂੰ ਜਿਹੜੇ ਅੱਜ ਵੀ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਵੀ ਅਸੀਂ ਇੱਥੇ ਤੱਕ ਆ ਸਕਦੇ ਹਾਂ ਤਾਂ ਉਹਨਾਂ ਦੇ ਵਿੱਚ ਸਾਡੇ ਤੋਂ ਵੀ ਵੱਧ ਤਾਕਤ ਆ, ਉਹ ਇੱਥੇ ਤੱਕ ਪਹੁੰਚ ਸਕਦੇ ਆ ਤੇ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ। ਦਿੱਲੀ ਆਪਾਂ ਪਹੁੰਚ ਸਕਦੇ ਆ। ਤੇ ਹੁਣ ਜਿੱਥੇ ਅਸੀਂ ਖੜੇ ਆਂਗੇ ਉੱਥੇ ਸੜਕ ਦੇ ਉੱਤੇ ਰੋਡ ਜਾਮ ਕੀਤਾ ਗਿਆ ਗਾ, ਹਰਿਆਣਾ ਦੀ ਉਹ ਫੋਰਸ ਲਾਈ ਗਈ ਆ ਤੇ ਇਹ ਸੜਕ ਤੇ ਸਾਨੂੰ ਰੋਕਣ ਲਈ ਵੀ। ਅਸੀਂ ਵੀ ਦਿੱਲੀ ਤੱਕ ਪਹੁੰਚਾਂਗੇ ਤੇ ਸਾਰਿਆਂ ਨੂੰ ਗੁਜ਼ਾਰਿਸ਼ ਆ ਵੀ ਪਹੁੰਚੋ, ਜ਼ਰੂਰ ਪਹੁੰਚੋ, ਆਪਣੇ ਸਾਰੇ ਪੰਜਾਬੀ ਕਿਸਾਨ ਵੀਰਾਂ ਦਾ ਸਾਥ ਦਿਓ ਤੇ ਜਿਹੜੇ ਰੋਡ ਪੱਟ ਰਹੇ ਨੇ ਲਾਉਂਦੇ ਆ। ਕਿਹੜੀ ਘਬਰਾਉਣ ਵਾਲੀ ਗੱਲ ਆ? ਚਲੋ ਪਿੱਛੇ ਲਾਓ ਵੀ ਨਾਰੇ ਸਾਰੇ ਜਣੇ, ਚਲੋ ਨਾਰੇ ਲਾਓ ਸਾਰੇ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ। ਠੀਕ ਹੈ ਜੀ, ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਆ। ਦੇਖੋ ਜੀ ਮੁਰਥਲ ਦੀ ਪੁਲਿਸ ਆਲਮੋਸਟ ਆ ਗਈ ਆ। ਉਹ ਅੱਗੇ ਇਹ ਵੀ ਦਿਖਾ ਦਿੰਨੀ ਆ ਕਿ ਉਹ ਫੋਰਸ ਅੱਗੇ ਲਾ ਦਿੱਤੀ ਗਈ ਆ, ਖੜੀ ਹੋ ਗਈ ਆ। ਤੇ ਸੋ ਬਟ ਅਸੀਂ ਡਰਨਾ ਨਹੀਂ ਕਿਸੇ ਵੀ ਗੱਲ ਤੋਂ, ਠੀਕ ਹੈ। ਜੋ ਕੁਝ ਵੀ ਹੋਊਗਾ ਦੇਖਿਆ ਜਾਊਗਾ। ਤੇ ਇੱਕ ਵੀਰ ਜੀ ਹੋਰ ਆ, ਉਹ ਵੀ ਗੱਲ ਦੱਸਣਾ ਚਾਹੁੰਦੇ ਆ। ਵੀਰੇ ਦੱਸੋ ਜੀ। ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਰ ਰਿਹਾ। ਮੈਂ ਇੱਕ ਗੱਲ ਮੋਦੀ ਸਾਹਿਬ ਨੂੰ ਪਹੁੰਚਾਉਣੀ ਚਾਹੁੰਦਾ, ਅਦਰਵਾਈਜ਼ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਭਾਰਤ ਦਾ ਅੱਜ ਪ੍ਰਧਾਨ ਮੰਤਰੀ ਮੋਦੀ ਨਾ ਹੁੰਦਾ। ਇਹਨੂੰ ਸਿੱਖਾਂ ਦੀਆਂ ਭਾਵਨਾ ਨਾਲ ਨਹੀਂ ਖੇਡਣਾ ਚਾਹੀਦਾ। ਇਸ ਕਰਕੇ ਇਹਨੂੰ ਕਹਿੰਦੇ ਆ ਵੀ ਨਾ ਖੇਲ ਨਾ ਖੇਲ। ਦਿੱਲੀ ਸਾਨੂੰ ਕੋਈ ਦੂਰ ਨਹੀਂ ਜਿੱਤਣੀ, ਇਸ ਕਰਕੇ ਇਹਨੂੰ ਬਾਰਨੇ ਕਹਿ ਲਓ, ਬੇਨਤੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹ ਲਾਸਟ ਹੈ। ਇਸ ਤੋਂ ਬਾਅਦ ਇਹਨੂੰ ਕੋਈ ਨਹੀਂ ਮਿਲਣਾ। ਧੰਨਵਾਦ। ਬਸ ਹੁਣ ਜਿਹੜੇ ਵੀ ਮੇਰੇ ਵੀਰ ਭੈਣਾਂ ਬਜ਼ੁਰਗ ਘਰੇ ਬੈਠੇ ਆ, ਬੇਨਤੀ ਆ ਕਿ ਹੁਣੀ ਜੇ ਦੇਖਦੇ ਹੋ ਹੁਣੀ ਤੁਰ ਪੋ, ਕੋਈ ਨਹੀਂ ਰੋਕ ਸਕਦਾ। ਬਥੇਰੇ ਰਾਹ ਆ ਤੁਰਨ ਦੇ, ਠੀਕ ਹੈ ਨਾ। ਅਸੀਂ ਵੀ ਨਿਕਲੇ ਹੋਏ ਆ। ਇਹ ਸਾਡੇ ਹੱਕ ਸੱਚ ਦੀ ਕਹਿ ਲਓ, ਸਾਡੇ ਜ਼ਮੀਰ ਦੀ ਕਹਿ ਲਓ, ਸਾਡੀ ਅਣਖ ਦੀ, ਸਾਡੀ ਹੋਂਦ ਦੀ ਲੜਾਈ ਆ ਜਿਹੜੀ ਅਸੀਂ ਜਿੱਤਣੀ ਆ। ਧੰਨਵਾਦ ਜੀ।